ਇਸ ਚੈਨਲ ਵੱਲੋਂ ਅੱਜ ਤੁਹਾਡੇ ਸਾਹਮਣੇ 10ਵੀਂ ਜਮਾਤ ਦਾ ਪਾਠ 2 ਸ਼ਲੋਕ ਜੋ ਹੈ ਉਹ ਲੈ ਕੇ ਹਾਜ਼ਰ ਹੋਈ ਹਾਂ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਨੂੰ ਉਮੀਦ ਹੈ ਤੁਸੀਂ ਮੇਰੀ ਪੁਰਾਣੀ ਵੀਡੀਓ ਜਿਹੜੀ ਹੈ ਉਹ ਜ਼ਰੂਰ ਦੇਖੀ ਹੋਵੇਗੀ ਤੇ ਨਾਲ ਹੀ ਜਿਹੜੀ ਹੈ ਉਸ ਨੂੰ ਪਸੰਦ ਕੀਤਾ ਹੋਵੇਗਾ। ਹੁਣ ਮੇਰੀ ਅੱਜ ਵਾਲੀ ਵੀਡੀਓ ਨੂੰ ਵੀ ਤੁਸੀਂ ਦੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਅੱਜ ਜੋ ਮੈਂ ਵੀਡੀਓ ਬਣਾਉਣ ਜਾ ਰਹੀ ਹਾਂ ਉਹ ਹੈ ਸ਼੍ਰੀ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਸ਼ਲੋਕ ਕਿਰਪਾ ਕਰਕੇ ਬਖਸ਼ ਲਿਓ। ਇਹ ਕਰਵਾਉਣ ਜਾ ਰਹੀ ਹਾਂ। ਇਹ ਗੁਰੂ ਅਮਰਦਾਸ ਜੀ ਜੋ ਹਨ ਉਹਨਾਂ ਬਾਰੇ ਪਹਿਲਾਂ ਤੁਹਾਨੂੰ ਥੋੜਾ ਜਿਹਾ ਦੱਸਾਂਗੀ ਉਹ ਕੌਣ ਸਨ। ਗੁਰੂ ਅਮਰਦਾਸ ਜੀ ਸਾਡੇ ਤੀਜੇ ਗੁਰੂ ਹੋਏ ਹਨ ਜਿਨ੍ਹਾਂ ਦਾ ਜਨਮ 1479 ਈਸਵੀ ਵਿੱਚ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਦੇ ਪਿਤਾ ਜੀ ਦਾ ਨਾਮ ਤੇਜਭਾਨ ਸੀ ਅਤੇ ਮਾਤਾ ਦਾ ਨਾਮ ਲੱਖੋ ਸੀ। ਆਪ ਜੀ ਨੇ 17 ਰਾਗਾਂ ਵਿੱਚ ਬਾਣੀ ਜਿਹੜੀ ਹੈ ਉਹ ਰਚਿਤ ਕੀਤੀ ਹੈ। ਉਂਝ ਕੁੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗਾਂ ਵਿੱਚ ਬਾਣੀ ਦਰਜ ਹੈ। ਆਪ ਜੀ ਦੀ ਵੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਉਹਦੇ ਵਿੱਚੋਂ ਹੀ ਇਹ ਸ਼ਲੋਕ ਕਿਰਪਾ ਕਰਕੇ ਬਖਸ਼ ਲਿਓ ਜੋ 10ਵੀਂ ਜਮਾਤ ਦੇ ਸਿਲੇਬਸ ਦੇ ਵਿੱਚ ਦਰਜ ਹੈ। ਅੱਜ ਉਹ ਸ਼ਲੋਕ ਜਿਹੜਾ ਹੈ ਮੈਂ ਤੁਹਾਨੂੰ ਕਰਵਾਉਣ ਲਈ ਜਾ ਰਹੀ ਹਾਂ। ਇਹਨਾਂ ਨੇ ਕੁੱਲ ਜਿਹੜੇ ਸ਼ਬਦ ਰਚੇ ਹਨ 907 ਰਚੇ ਹਨ ਤੇ 4 ਜਿਹੜੀਆਂ ਹਨ ਉਹ ਵਾਰਾਂ ਲਿਖੀਆਂ ਹਨ। ਅੱਜ ਗੁਰੂ ਅਮਰਦਾਸ ਜੀ ਦੀ ਇਹੀ ਸ਼ਲੋਕ ਵਾਰਾਂ ਵਿੱਚੋਂ ਹੀ ਲਿਆ ਹੋਇਆ ਇੱਕ ਸ਼ਲੋਕ ਕਿਰਪਾ ਕਰਕੇ ਬਖਸ਼ ਲਿਓ ਕਰਵਾਉਣ ਜਾ ਰਹੀ ਹਾਂ। ਮੈਨੂੰ ਉਮੀਦ ਹੈ ਤੁਸੀਂ ਸਾਰੇ ਇਸ ਨੂੰ ਧਿਆਨ ਨਾਲ ਜਿਹੜੇ ਹੈ ਸੁਣੋਗੇ। ਪਹਿਲਾਂ ਮੈਂ ਇਸ ਦੇ ਕੁਝ ਅਰਥ ਜਿਹੜੇ ਹੈ ਤੁਹਾਨੂੰ ਸਮਝਾਵਾਂਗੀ, ਫਿਰ ਉਸ ਤੋਂ ਬਾਅਦ ਜਿਹੜੇ ਹਨ ਉਹਦੀ ਪੂਰੀ ਵਿਆਖਿਆ ਜਿਹੜੀ ਹੈ ਉਹ ਕਰਾਵਾਂਗੀ। ਪੂਰਾ ਸ਼ਲੋਕ ਜਿਹੜਾ ਹੈ ਉਹ ਪਹਿਲਾਂ ਇੱਕ ਵਾਰੀ ਪੜਾਂਗੀ, ਫਿਰ ਉਹਦੇ ਅਰਥ ਜਿਹੜੇ ਹੈ ਤੁਹਾਨੂੰ ਸਮਝਾਵਾਂਗੀ, ਫਿਰ ਉਹਦੀ ਵਿਆਖਿਆ ਤੇ ਪ੍ਰਸੰਗ ਜਿਹੜੀ ਹੈ ਉਹ ਪੂਰੀ ਜਿਹੜੀ ਹੈ ਦਰਸਾਵਾਂਗੀ। ਹਾਂਜੀ, ਅਸੀਂ ਖੱਤੇ ਬਹੁਤ ਕਮਾਮਦੇ ਅੰਤ ਨਾ ਪਾਰਾਂ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਉਹ ਪਾਪੀ ਵਡ ਗੁਣਗਾਰ, ਹਰ ਜਿਉ ਲੇਖੇ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰ, ਗੁਰ ਤੁਠੇ ਹਰ ਪ੍ਰਭ ਮੇਲਿਆ ਸਭ ਕਿਲਵਿਖ ਕੱਟ ਵਿਕਾਰ, ਜਿਨਾ ਹਰ ਹਰ ਨਾਮ ਧਿਆਇਆ ਜਾਂ ਨਾਨਕ ਤਿਨ ਜੈਕਾਰ। ਇਹ ਗੁਰੂ ਅਮਰਦਾਸ ਦਾ ਲਿਖਿਆ ਹੋਇਆ ਸ਼ਲੋਕ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਹੁਣ ਮੈਂ ਤੁਹਾਨੂੰ ਇਸ ਇੱਕ ਇੱਕ ਸ਼ਬਦ ਦੇ ਪਹਿਲਾਂ ਅਰਥ ਜਿਹੜੇ ਹਨ ਉਹ ਲਿਖ ਕੇ ਬੋਰਡ ਤੇ ਦਰਸਾ ਰਹੀ ਹਾਂ। ਉਸ ਤੋਂ ਬਾਅਦ ਇਹਦੀ ਜਿਹੜੀ ਵਿਆਖਿਆ ਸਮਝਾਵਾਂਗੀ, ਫਿਰ ਦੱਸਾਂਗੀ ਕਿ ਇਸ ਦੀ ਪ੍ਰਸੰਗ ਕਿਵੇਂ ਬਣਾਉਣੀ ਹੈ। ਹਾਂਜੀ, ਅਸੀਂ ਖੱਤੇ ਬਹੁਤ ਕਮਾਵਦੇ। ਖੱਤੇ ਦਾ ਮਤਲਬ ਹੁੰਦਾ ਹੈ ਪਾਪ ਭੁੱਲ। ਖੱਤੇ ਦਾ ਮਤਲਬ ਕੀ ਹੁੰਦਾ ਹੈ? ਪਾਪ ਜਾਂ ਭੁੱਲ। ਅਸੀਂ ਮਤਲਬ ਮਨੁੱਖ। ਮਨੁੱਖ ਜਿਹੜਾ ਹੈ ਅਣਗਿਣਤ ਪਾਪ ਤੇ ਗਲਤੀਆਂ ਕਰਦਾ ਹੈ। ਅਸੀਂ ਕਮਾਉਂਦੇ ਮਤਲਬ ਕਰਦੇ ਹਨ। ਅੰਤ ਨਾ ਪਾਰਾਵਾਰ। ਪਾਰਾਵਾਰ ਦਾ ਮਤਲਬ ਹੈ ਅਥਾ, ਜਿਹਦੀ ਕੋਈ ਗਿਣਤੀ ਨਹੀਂ ਹੈ। ਇੰਨੇ ਜ਼ਿਆਦਾ ਅਸੀਂ ਜਿਹੜੇ ਹੈ ਗੁਨਾਹ ਕਰਦੇ ਹਾਂ ਜਿਹੜੇ ਅਥਾਹ ਹਨ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ, ਉਹਦਾ ਭੇਦ ਹੀ ਨਹੀਂ ਪਾਇਆ ਜਾ ਸਕਦਾ ਕਿੰਨੇ ਕੁ ਗੁਨਾਹ ਅਸੀਂ ਰੋਜ਼ ਕਰਦੇ ਹਾਂ। ਹਰ ਕਿਰਪਾ ਕਰਕੇ ਬਖਸ਼ ਲਿਓ। ਹਰ ਦਾ ਮਤਲਬ ਹੈ ਪਰਮਾਤਮਾ, ਹਰੀ। ਕਿਰਪਾ ਕਰਕੇ ਮਤਲਬ ਮਿਹਰ ਕਰਕੇ। ਕਿਰਪਾ ਦਾ ਮਤਲਬ ਕੀ ਹੈ? ਮਿਹਰ। ਕਿਰਪਾ ਦਾ ਮਤਲਬ ਕੀ ਹੈ? ਮਿਹਰ। ਮਿਹਰ। ਉਸ ਤੋਂ ਬਾਅਦ ਹੈ ਬਖਸ਼ ਲਿਓ, ਮਤਲਬ ਜਿਹੜਾ ਹੈ ਸਾਨੂੰ ਮਾਫ ਕਰ ਦਿਓ। ਬਖਸ਼ ਲਿਓ ਦਾ ਮਤਲਬ ਹੈ ਮਾਫ ਕਰ ਦੇਣਾ। ਹੋ ਪਾਪੀ ਵਡ ਗੁਣਗਾਰ। ਵਡ ਦਾ ਮਤਲਬ ਹੈ ਵੱਡਾ। ਗੁਨਾਹਗਾਰ ਦਾ ਮਤਲਬ ਹੈ ਗੁਨਾਹ ਕਰਨ ਵਾਲਾ, ਪਾਪ ਕਰਨ ਵਾਲਾ। ਹਰ ਜਿਉ ਲੇਖੇ ਵਾਰ ਨਾ ਆਵੇ। ਹਰ ਮਤਲਬ ਪਰਮਾਤਮਾ, ਲੇਖੇ ਮਤਲਬ ਕਰਮ। ਕਹਿੰਦੇ ਲੇਖੇ ਮਤਲਬ ਕਰਮ, ਜੋ ਅਸੀਂ ਕਰਮ ਕਰਦੇ ਹਾਂ। ਵਾਰ ਨਾ ਆਵੀ ਮਤਲਬ ਵਾਰੀ ਨਹੀਂ ਆਉਣੀ। ਤੂੰ ਬਖਸ਼ ਮਿਲਾਵਣ ਹਾਰ। ਬਖਸ਼ ਮਤਲਬ ਕਿਰਪਾ ਕਰ ਦਵੇਂ, ਮੇਰੇ ਪਾਪ ਮਾਫ ਕਰ ਦਵੇਂ। ਮਿਲਾਵਣ ਹਾਰ ਮਤਲਬ ਉਸ ਪਰਮਾਤਮਾ ਨਾਲ ਮੈਨੂੰ ਮਿਲਾ ਦੇਵੇ। ਗੁਰ ਤੁਠੇ ਹਰ ਪ੍ਰਭ ਮੇਲਿਆ। ਤੁਠੇ ਮਤਲਬ ਹੁੰਦਾ ਹੈ ਕਿਰਪਾ ਕਰ ਦੇਣੀ ਆਪਣੀ।
मेरे ते प्रसन्न हो जाना, खुश हो जाना। ठीक है, प्रभ मेलिया, मैनू प्रभु जिहड़ा है मेल लवे, मैनू परमात्मा नाल मिला देवे। सब किलविक कट विकार, मेरे सारे पाप जिहड़े विकार जिहड़े ने, सारियां भुल्लां जिहड़ियां ने, गुनाह जिहड़े ने वो माफ कर देवे। जिन हर हर नाम ध्याया, कहते जिन्हों ने भी उस हरि परमात्मा का सिमरन किया है, ध्याया मतलब याद किया है, उसनों ਉਹਦਾ नाम सिमरन किया है, जन नानक तिन जयकार। कहते ਉਹਦੀ ਜਿਹੜੇ है लोक परलोक विच प्रशंसा होंदी है, जय जयकार होंदी है। तिन जन नानक तिन जयकार, कहते फिर गुरु नानक देव के रूप च गुरु अमरदास जी कह रहे हैं कि उन्होंने सारी जगह पर की होंदी है, जय जयकार होंदी है, वडियाई होंदी है, प्रशंसा होंदी है। जिन्होंने उस परमात्मा नूं ध्याया है, जिन्होंने उस परमात्मा नूं पा लिया है। पर परमात्मा जिहड़ा है, बिना परमात्मा की बख्शिश तो, कृपा तो असीं उस परमात्मा नूं नहीं पा सकते। साडे इन्ने चंगे कर्म नहीं हैं कि असीं अपने कर्मां नाल उस परमात्मा नूं मिल लवांगे। हुण मैं इस पूरी जिहड़ा श्लोक जिहड़ा है इहदा जिहड़ा है व्याख्या करन जा रही हाँ। पहला इस व्याख्या नूं ध्यान नाल सुणो, फिर मैं इहदी जिहड़ी प्रसंग दसांगी कि किवें तुसीं इस दी प्रसंग बनानी है। ठीक है, वैसे तो जिहड़ी है पेपर के अंदर पहला प्रसंग बनाई दी हुंदी है, फिर व्याख्या बनाई दी है। ठीक है, पर मैं प्रसंग तुहानूं बाद इस करके दसदी हाँ क्योंकि उहदे कोई नियम हैं। जे तुहानूं व्याख्या दी लाइनां क्लीयर होणगीआं तां ही तुसीं जिहड़ी प्रसंग ध्यान नाल बड़े वधिया तरीके नाल बना सकोगे। इसी करके मैं पहले जिहड़ी व्याख्या जिहड़ी है पूरी करावांगी, अर्थ जिहड़े पूरे जिहड़े श्लोक दे करांगी, फिर तुहानूं प्रसंग पूरी बोर्ड ते बना के दसांगी किवें लिखणी है। असीं खत्ते बहुत कमावदे, कहंदे गुरु अमरदास जी कहंदे हन मनुख नूं कि मनुख जिहड़ा है बहुत ज़्यादा जिहड़ा है पाप करदा है, गुनाह करदा है, भुल्लां गुनाहां नाल भरिया होया है। अंत ना पारावार, कहंदे ओहदी कोई गिणती नहीं है, कोई हिसाब किताब ही नहीं है। अथा असीम जिहड़े है गुनाह करदा है, जिन्हों आपां जिहड़ा है कदी जिहड़ा है सोच ही नहीं सकते कि असीं किन्नियां को भुल्लां गुनाह करदे हां, किन्ना को जिहड़ा असीं झूठ बोलदे हां, किन्ने को जिहड़े असीं गुनाहां नाल भरे होए हां, असीं पापी हां ते साडे गुनाहां दी कोई गिनती नहीं कीती जा सकदी। हर कृपा करके बख्श लो, हे हरि परमात्मा तू अपनी कृपा कर, मेहर कर मेरे ते, मैनू बख्श लै, मेरे पाप माफ कर दे। ओ पापी वड गुणगार, मैं बहुत वड्डा पापी हाँ, बहुत वड्डा गुनाहगार हाँ। जे तेरी मेरे ते कृपा हो जावे, मेहर हो जावे तां शायद इस वड्डे पापी दे गुनाहगार जिहड़े गुनाह जिहड़े ने वो माफ हो जाण। तेरी कृपा तो बगैर मेरे गुनाह जिहड़े माफ नहीं हो सकते। हर जो लेखे वार ना आवे, कहंदे उस हरि परमात्मा दे मिलन वास्ते मेरे कर्म इन्ने चंगे नहीं, मेरे लेख इन्ने चंगे नहीं कि मैं उस परमात्मा नूं पा लवां, उस परमात्मा तक पहुंच सकां। मेरी उस दी मिलन दी वारी जिहड़ी है मेरे कर्मां नाल नहीं आ सकदी। हर जो लेखे वार ना आवे, वार मतलब कि मेरी जिहड़ी है उस परमात्मा नाल मिलन दी वारी नहीं आ सकदी। उस परमात्मा नाल मेरा मिलाप नहीं हो सकता मेरे कर्मां नाल, क्योंकि मेरे कर्म इन्ने चंगे नहीं हैं, मैं बहुत गुनाहां नाल भरिया होया हाँ, पापी हाँ। ठीक है, तू बख्श मिलावनहार, कहंदे हे हरि परमात्मा कृपा कर, मेहर कर, तू मेरे सारे गुनाहां नूं माफ कर देवें। तू बहुत दयालु है, तेरी बहुत दया है। जे तू अपनी दयालता कर देवें, अपनी कृपा कर देवें, मेहर कर देवें, तो तू आप मेरे सारे गुनाहां नूं माफ करके उस हरि परमात्मा नाल तू आप मैनूं मिला देवेगा। नहीं तो मेरे पापां मेरे गुनाहां नाल मेरी वारी उस परमात्मा नूं मिलण दी नहीं आ सकती। गुर तुठे हर प्रभ मेलिया, कहंदे जे मेरा गुरु जिहड़ा है मेरे ते प्रसन्न हो जावे, तुठ जावे, कृपा कर दवे, तो मैनू मेरे जिहड़ा है उस परमात्मा नाल मिला देवेगा। मेरे सारे पाप गुनाह जिहड़े कट देवेगा, सारे मेरे जिहड़े गुनाह जिहड़े हैं, पाप जिहड़े भुल्लां जिहड़ियां वो कट देगा। सारे मेरे पाप कट्टे जाणगे, सारे गुनाह कट्टे जाणगे, ते मेरा मिलाप उस हरि परमात्मा नाल हो जाएगा। ये मनुख नूं गुरु अमरदास जी जिहड़े हैं समझा रहे हैं, उस मनुख दे उस परमात्मा नाल मिलाप हो जाएगा। पर बिना जिहड़े है उसकी बख्शिश तो, बिना उसकी जिहड़ी है माफ़ी तो मेरी जिहड़ी उस परमात्मा नाल मेल नहीं हो सकता। जिन हर हर नाम ध्याया,
फिर गुरु अमरदास जी कहते हैं कि जिन्हें भी मनुख ने उस हरि परमात्मा नूं याद किया है, चेते किया है, उहदा नाम ते आया है, जन नानक तिन जयकार। कहते उसकी हमेशा जिहड़ी है सारी थां ते जिहड़ी है प्रशंसा हुंदी है, ਉਹਦੀ ਪਿਆਰਿਆਂ ਵੱਲੋਂ ਉਹਨੂੰ ਪ੍ਰਸ਼ੰਸਾ ਹਾਸਲ ਹੁੰਦੀ ਹੈ, ਉਹਦੀ ਸਾਰੀ ਜਗ੍ਹਾ ਜੈ ਜੈਕਾਰ ਹੁੰਦੀ ਹੈ। ਸਾਰੇ ਜੈ ਜੈਕਾਰ ਦੇ ਖੁਸ਼ੀ ਦੇ ਜਿਹੜੇ ਹਨ ਉਹ ਤੋਂ ਪ੍ਰਸੰਨ ਹੋ ਕੇ ਉਸ ਦੀ ਜੈ ਜੈਕਾਰ ਕਰਦੇ ਹਨ। ਸਾਰੇ ਉਸ ਤੇ ਜਿਹੜੇ ਹਨ ਪ੍ਰਸੰਨ ਹੋ ਕੇ ਉਸ ਪਿਆਰੇ ਦਾ ਨਾਮ ਲੈਂਦੇ ਹਨ, ਉਸ ਦੀ ਪ੍ਰਸ਼ੰਸਾ ਕਰਦੇ ਹਨ। ਉਸ ਨੂੰ ਹਰੀ ਪਰਮਾਤਮਾ ਦਾ ਜਿਹੜੇ ਹੈ ਮਿਲਣ ਹੋ ਜਾਂਦਾ ਹੈ ਤੇ ਉਹ ਖੁਸ਼ ਹੋ ਜਾਂਦਾ ਹੈ। ਫਿਰ ਉਹਦੀ ਇਸ ਲੋਕ ਪਰਲੋਕ ਵਿੱਚ ਹਮੇਸ਼ਾ ਕੀ ਹੁੰਦੀ ਹੈ, ਜੈ ਜੈਕਾਰ ਹੁੰਦੀ ਹੈ। ਤੇ ਉਹ ਤਾਂ ਹੀ ਹੋ ਸਕਦੀ ਹੈ ਜੇ ਉਹ ਆਪ ਹਰੀ ਪਰਮਾਤਮਾ ਸਾਡੇ ਤੇ ਬਖਸ਼ਿਸ਼ ਕਰਕੇ ਸਾਡੇ ਸਾਰੇ ਪਾਪ ਗੁਨਾਹ ਜਿਹੜੇ ਹੈ ਉਹ ਮਾਫ ਕਰ ਦੇਵੇ, ਸਾਡੇ ਚੰਗੇ ਕਰਮ ਜਿਹੜੇ ਹਨ ਉਹਨਾਂ ਨਾਲ ਜਿਹੜੀ ਹੈ ਸਾਡੀ ਵਾਰੀ ਜਿਹੜੀ ਉਸ ਪਰਮਾਤਮਾ ਨਾਲ ਮਿਲਣ ਦੀ ਲਾ ਦੇਣ, ਤੇ ਤਾਂ ਹੀ ਸਾਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਵਿੱਚ ਜਿਹੜਾ ਹੈ ਇਸ ਛੋਟੇ ਜਿਹੇ ਸ਼ਲੋਕ ਦੇ ਅੰਦਰ ਗੁਰੂ ਅਮਰਦਾਸ ਜੀ ਨੇ ਬਹੁਤ ਵੱਡੇ ਭਾਵ ਜਿਹੜੇ ਹਨ ਉਹ ਦਰਸਾਏ ਹਨ ਕਿ ਬਿਨਾਂ ਪਰਮਾਤਮਾ ਦੀ ਬਖਸ਼ਿਸ਼ ਤੋਂ, ਬਿਨਾਂ ਪਰਮਾਤਮਾ ਦੀ ਕਿਰਪਾ ਤੋਂ, ਬਿਨਾਂ ਪਰਮਾਤਮਾ ਦੀ ਮਿਹਰ ਤੋਂ ਅਸੀਂ ਉਸ ਪਰਮਾਤਮਾ ਨੂੰ ਮਿਲ ਨਹੀਂ ਸਕਦੇ। ਮੈਨੂੰ ਉਮੀਦ ਹੈ ਤੁਹਾਨੂੰ ਇਸ ਦੀ ਵਿਆਖਿਆ ਜਿਹੜੀ ਹੈ ਉਹ ਸਮਝ ਆ ਗਈ ਹੋਏਗੀ। ਹੁਣ ਮੈਂ ਜਿਹੜੀ ਹੈ ਤੁਹਾਨੂੰ ਇਸ ਦੇ ਜਿਹੜੀ ਪ੍ਰਸੰਗ ਕਿਵੇਂ ਲਿਖਣੀ ਹੈ, ਪ੍ਰਸੰਗ ਦੇ ਵਿੱਚ ਅਸੀਂ 3 ਚੀਜ਼ਾਂ ਜਿਹੜੀਆਂ ਹਨ ਇਹ ਦਰਜ ਕਰਨੀਆਂ ਹੁੰਦੀਆਂ ਹਨ। ਇੱਕ ਪੁਸਤਕ ਦਾ ਨਾਮ, ਦੂਸਰਾ ਜਿਹੜਾ ਹੈ ਜਿਹੜੀ ਵੀ ਆਪਾਂ ਕਵਿਤਾ ਜਾਂ ਸ਼ਲੋਕ ਸ਼ਬਦ ਕਰਾਉਂਦੇ ਹਾਂ ਉਸ ਦਾ ਨਾਮ, ਤੀਸਰਾ ਜਿਹੜਾ ਹੈ ਕਵੀ ਦਾ ਨਾਮ, ਕਿਸ ਦਾ ਜਿਹੜਾ ਹੈ ਸ਼ਲੋਕ ਜਾਂ ਸ਼ਬਦ ਜਿਹੜਾ ਲਿਖਿਆ ਗਿਆ ਹੈ। ਉਹ ਤਿੰਨੋਂ ਚੀਜ਼ਾਂ ਜਿਹੜੀਆਂ ਹਨ ਦੇਖੋ ਇਹਦੇ ਵਿੱਚ ਇਹ ਕਾਵ ਟੋਟਾ, ਸਾਹਿਤਮਾਲਾ ਜਿਹੜਾ ਹੈ ਪੁਸਤਕ ਦਾ ਨਾਮ ਆ ਗਿਆ। ਪਾਠ ਪੁਸਤਕ ਵਿੱਚੋਂ ਦਰਜ ਸ਼੍ਰੀ ਗੁਰੂ ਅਮਰਦਾਸ ਜੀ ਦੀ ਰਚਨਾ। ਇਹਦੇ ਵਿੱਚ ਰਚਨਾ ਕਿਸ ਦੀ ਲਿਖੀ ਹੋਈ ਹੈ? ਸ਼੍ਰੀ ਗੁਰੂ ਅਮਰਦਾਸ ਜੀ ਦੀ। ਕਿਹੜੀ ਰਚਨਾ? ਕਿਰਪਾ ਕਰਕੇ ਬਖਸ਼ ਲਿਓ ਵਿੱਚੋਂ ਲਿਆ ਗਿਆ ਹੈ। ਇਹ ਜਿਹੜੀ ਰਚਨਾ ਹੈ ਉਹਨੂੰ ਆਪਾਂ ਸਿੰਗਲ ਕੋਮੇ ਦੇ ਅੰਦਰ ਰੱਖਦੇ ਹਾਂ ਹਮੇਸ਼ਾ, ਕਿਉਂਕਿ ਇਹ ਜਿਹੜੀ ਕਿਸੇ ਵੀ ਜਿਹੜੀ ਹੈ ਕਵੀ ਦੀ ਲਿਖੀ ਹੋਈ ਜਿਹੜੀ ਰਚਨਾ ਹੁੰਦੀ ਹੈ ਉਹਨੂੰ ਹਮੇਸ਼ਾ ਅਸੀਂ ਕੋਮਿਆਂ ਲਿਖਦੇ ਹਾਂ, ਠੀਕ ਹੈ। ਔਰ ਇਹ ਜਿਹੜਾ ਹੈ 3 ਚੀਜ਼ਾਂ ਜਿਹੜੀਆਂ ਅਸੀਂ ਪਹਿਲਾਂ ਸਟਾਰਟਿੰਗ ਦੇ ਅੰਦਰ ਪ੍ਰਸੰਗ ਵਿੱਚ ਲਿਖਣੀਆਂ ਹੁੰਦੀਆਂ, ਫਿਰ ਅਸੀਂ ਉਸ ਤੋਂ ਬਾਅਦ ਇਸ ਜਿਹੜੀ ਹੈ ਸ਼ਲੋਕ ਜਾਂ ਕਵਿਤਾ ਦੇ ਅੰਦਰ ਜਿਹੜਾ ਹੈ ਕਵੀ ਨੇ ਕੀ ਦੱਸਿਆ ਹੈ। ਹੁਣ ਇਸ ਤੋਂ ਬਾਅਦ ਇਹ ਆਏਗਾ ਕਿ ਇਹਦੇ ਜਿਹੜਾ ਹੈ ਗੁਰੂ ਅਮਰਦਾਸ ਜੀ ਨੇ ਦੱਸਿਆ ਹੈ ਕਿ ਅਸੀਂ ਜਿਹੜੇ ਹੈ ਬੜੇ ਵੱਡੇ ਗੁਨਾਹਗਾਰ ਹਾਂ, ਪਾਪੀ ਹਾਂ। ਮਨੁੱਖ ਨੂੰ ਜਿਹੜੇ ਕਹਿ ਰਿਹਾ ਹੈ ਉਸਦੇ ਪਾਪ ਇੰਨੇ ਜ਼ਿਆਦਾ ਹਨ ਕਿ ਜਿਨ੍ਹਾਂ ਨਾਲ ਜਿਹੜਾ ਅਸੀਂ ਪਰਮਾਤਮਾ ਨਾਲ ਜਿਹੜਾ ਹੈ ਅਸੀਂ ਉਹਦਾ ਮੇਲ ਨਹੀਂ ਹੋ ਸਕਦਾ। ਜੇ ਪਰਮਾਤਮਾ ਨਾਲ ਸਾਡਾ ਮੇਲ ਤਾਂ ਹੀ ਹੋਏਗਾ ਜੇ ਅਸੀਂ ਉਸ ਪਰਮਾਤਮਾ ਨੂੰ ਚੇਤੇ ਕਰਾਂਗੇ। ਦੂਸਰਾ, ਪਰਮਾਤਮਾ ਜਿਹੜਾ ਹੈ ਸਾਡੇ ਗੁਨਾਹਾਂ ਨੂੰ, ਪਾਪਾਂ ਨੂੰ ਮਾਫ ਕਰ ਦੇਗਾ ਤੇ ਆਪ ਸਾਡੇ ਤੇ ਬਖਸ਼ਿਸ਼ ਕਰਕੇ, ਮਿਹਰ ਕਰਕੇ, ਕਿਰਪਾ ਕਰਕੇ ਸਾਨੂੰ ਉਸ ਪਰਮਾਤਮਾ ਨਾਲ ਮਿਲਾ ਦੇਗਾ। ਤਾਂ ਹੀ ਸਾਡੀ ਵਾਰੀ ਜਿਹੜੀ ਹੈ ਉਸ ਪਰਮਾਤਮਾ ਨਾਲ ਮਿਲਣ ਦੀ ਆਏਗੀ। ਜਿਹੜੇ ਵੀ ਉਸ ਪਰਮਾਤਮਾ ਦਾ ਸਿਮਰਨ ਕਰਦੇ ਹਨ, ਧਿਆਉਂਦੇ ਹਨ, ਉਸ ਦੀ ਜਿਹੜੀ ਹੈ ਹਰ ਪਾਸੇ ਵਡਿਆਈ ਹੁੰਦੀ ਹੈ। ਮੈਨੂੰ ਉਮੀਦ ਹੈ ਤੁਹਾਨੂੰ ਜਿਹੜਾ ਹੈ ਇਹ ਪ੍ਰਸੰਗ ਤੇ ਵਿਆਖਿਆ ਜਿਹੜੀ ਹੈ ਪੂਰੀ ਸਮਝ ਆ ਗਈ ਹੋਏਗੀ। ਹੁਣ ਜਿਹੜਾ ਹੈ ਇਸ ਤੋਂ ਬਾਅਦ ਆਉਂਦਾ ਹੈ ਕੇਂਦਰੀ ਭਾਵ। ਇਹ ਪ੍ਰਸੰਗ ਤੋਂ ਬਾਅਦ ਵਿਆਖਿਆ ਜਿਹੜੀ ਤੁਹਾਡੇ ਮੈਂ ਜਿਹੜੇ ਸਾਰੇ ਜਿਹੜੇ ਸ਼ਲੋਕ ਦੇ ਅਰਥ ਕੀਤੇ ਹਨ ਉਹ ਵਿਆਖਿਆ ਹੈ। ਹੁਣ ਤੁਹਾਨੂੰ ਜਿਹੜਾ ਇਸ ਤੋਂ ਬਾਅਦ ਆਏਗਾ ਕੇਂਦਰੀ ਭਾਵ। ਕੇਂਦਰੀ ਭਾਵ 'ਚ ਅਸੀਂ ਜਿਹੜਾ ਹੈ ਨਿਚੋੜ ਹੁੰਦਾ ਹੈ ਕਿ ਇਸ ਜਿਹੜਾ ਸ਼ਲੋਕ ਦਾ ਨਿਚੋੜ ਕੀ ਹੈ, ਇਹਦੇ ਵਿੱਚ ਗੁਰੂ ਅਮਰਦਾਸ ਜੀ ਨੇ ਸਾਨੂੰ ਕੀ ਦਰਸਾਇਆ। ਇਸ ਵਿੱਚ ਗੁਰੂ ਅਮਰਦਾਸ ਜੀ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਸਾਨੂੰ ਉਸ ਪਰਮਾਤਮਾ ਦੀ ਹਮੇਸ਼ਾ ਬੰਦਗੀ ਕਰਨੀ ਚਾਹੀਦੀ ਹੈ, ਜਿਸ ਨੂੰ ਜਿਹੜਾ ਹੈ ਬੰਦਗੀ ਕਰਨ ਨਾਲ ਅਸੀਂ ਤਾਂ ਹੀ ਪਰਮਾਤਮਾ ਨਾਲ ਸਾਡਾ ਮੇਲ ਹੋ ਸਕਦਾ ਹੈ। ਜੇ ਅਸੀਂ ਸਾਡੇ ਕਰਮ ਇੰਨੇ ਚੰਗੇ ਨਹੀਂ ਹਨ ਕਿ ਸਾਨੂੰ ਉਸ ਪਰਮਾਤਮਾ ਨਾਲ ਜਿਹੜਾ ਹੈ ਸਾਡਾ ਮੇਲ ਹੋ ਜਾਵੇ, ਜੇ ਪਰਮਾਤਮਾ ਚਾਹੇ ਸਾਡੇ ਤੇ ਕਿਰਪਾ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਸਾਡੇ ਸਾਰੇ ਪਾਪਾਂ ਗੁਨਾਹਾਂ ਨੂੰ, ਬੁਰੇ ਕਰਮਾਂ ਨੂੰ, ਮਾੜੇ ਕਰਮਾਂ ਨੂੰ ਮਾਫ ਕਰ ਦੇਵੇ ਤੇ ਸਾਡੇ ਤੇ ਬਖਸ਼ਿਸ਼ ਕਰਕੇ ਆਪ ਮਿਹਰ ਕਰੇ, ਸਾਡੇ ਤੇ ਤੁੱਠੇ ਪ੍ਰਸੰਨ ਹੋ ਜਾਵੇ, ਸਾਨੂੰ ਆਪ ਉਸ ਪਰਮਾਤਮਾ ਨਾਲ ਮਿਲਾ ਦੇਵੇ, ਤਾਂ ਹੀ ਸਾਡੀ ਵਾਰੀ ਜਿਹੜੀ ਉਸ ਪਰਮਾਤਮਾ ਨਾਲ ਮਿਲਣ ਤੇ ਆ ਸਕਦੀ ਹੈ। ਨਹੀਂ ਤਾਂ ਸਾਡੇ ਕਰਮ ਇਸ ਦੁਨੀਆ ਦੇ ਵਿੱਚ ਇੰਨੇ ਚੰਗੇ ਨਹੀਂ ਹਨ ਕਿ ਅਸੀਂ ਉਸ ਪਰਮਾਤਮਾ ਨੂੰ ਜਿਹੜਾ ਹੈ ਪਾ ਸਕੀਏ, ਉਸ ਪਰਮਾਤਮਾ ਨਾਲ ਸਾਡਾ ਮੇਲ ਹੋ ਸਕੇ ਤੇ ਸਾਰਿਆਂ ਪਾਸੇ ਸਾਡੀ ਜਿਹੜੀ ਜੈ ਜੈਕਾਰ ਹੋਵੇ। ਮੈਨੂੰ ਉਮੀਦ ਹੈ ਤੁਹਾਨੂੰ ਇਹਦਾ ਕੇਂਦਰੀ ਭਾਵ, ਪ੍ਰਸੰਗ, ਵਿਆਖਿਆ ਸਭ ਸਮਝ ਆ ਗਈ ਹੋਏਗੀ। ਹੁਣ ਇਸ ਜਿਹੜੇ ਕਵਿਤਾ ਦੇ ਵਿੱਚੋਂ ਤੁਹਾਨੂੰ ਜਿਹੜਾ ਹੈ MCQ ਕੁਐਸਚਨ ਵੀ ਆਣੇ ਹਨ ਤੇ ਜਿਹੜੇ ਹਨ ਇਹ ਵੱਡੇ ਜਿਹੜੇ ਹਨ ਪ੍ਰਸ਼ਨ ਉੱਤਰ ਵੀ ਆਣੇ ਹਨ। ਤੁਸੀਂ ਇਹਨਾਂ ਨੂੰ ਜਿਹੜਾ ਹੈ ਇਸ ਪ੍ਰਸੰਗ ਵਿਆਖਿਆ ਨੂੰ ਜੇ ਸਮਝ ਤੁਹਾਨੂੰ ਆ ਗਈ ਹੈ
ਤਾਂ ਤੁਸੀਂ ਆਪਣੇ ਆਪ ਇਹਦੇ ਉੱਤਰ ਜਿਹੜੇ ਆ ਉਹ ਲਿਖ ਸਕੋਗੇ। ਠੀਕ ਹੈ, ਮੈਨੂੰ ਉਮੀਦ ਹੈ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ। ਜੇ ਇਹ ਸਾਰਾ ਕੁਝ ਮੇਰੀ ਵੀਡੀਓ ਜਿਹੜੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਵੱਧ ਤੋਂ ਵੱਧ ਜਿਹੜਾ ਹੈ ਸਬਸਕ੍ਰਾਈਬ ਜ਼ਰੂਰ ਕਰਨਾ, ਤੇ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਨਾ।